ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਓਂਕਾਰ ਸਤਿਗੁਰ ਪ੍ਰਸਾਦਿ। ਕਿਨ ਵਿਧ ਮਿਲੇ ਗੁਸਾਈ ਮੇਰੇ RAM ਰਾਏ, ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ। ਰਹਾਉ ਅੰਤਰ ਅਲਖ ਨ ਜਾਈ ਲਖਿਆ, ਵਿੱਚ ਪੜਦਾ ਹੋਮੇ ਪਾਈ। ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉ ਜਾਈ। ਏਕਾਂ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨ ਕਰਤੇ ਪਾਈ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਗੋਚਰ ਠਾਈ। ਜਿਸਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ। ਹਨ ਕੋ ਭਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸਰਣਾਈ। ਜਿਨਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵਲਾਈ। ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨ ਪਾਈ। ਮੇਰੇ RAM ਰਾਏ ਇਨ ਵਿਧ ਮਿਲੇ ਗੁਸਾਈ, ਸਹਿਜ ਪਿਆ ਭਰਮ ਖਿਨ ਮੇ ਨਾਠਾ, ਮਿਲ ਜੋਤੀ ਜੋਤ ਸਮਾਈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਸੰਗਤ ਨੂੰ ਸਮਝਾ ਰਹੇ ਆ, ਭਾਈ ਉਹਦੀ ਪ੍ਰਾਪਤੀ ਗੁਸਾਈ ਦੀ ਕਿਵੇਂ ਹੋਵੇ, ਉਹ ਮਾਲਕ ਦੀ ਪ੍ਰਾਪਤੀ ਕਿਵੇਂ ਹੋਵੇ, ਸਿਰਜਣਹਾਰ ਦੀ। ਸਹਿਜ ਸੁਖਦਾਤਾ ਮੋਹਿ ਮਾਰਗ ਦੇ ਬਤਾਈ। ਐਸਾ ਕੋਈ ਸੰਤ, ਸਤਿਗੁਰ ਤਾਂ ਜਾਣੀ ਜਾਣ ਨੇ, ਸੰਗਤ ਨੂੰ ਸਮਝਾ ਰਹੇ ਨੇ ਭਾਈ। ਸਹਿਜ ਹੁੰਦਾ ਹੈ ਜਦੋਂ ਅਸੀਂ ਸਰੀਰ ਕਰਕੇ ਧਰਮ ਕਰਮ ਕਰਦੇ ਹਾਂ, ਸਾਡੇ ਅੰਦਰ ਕਲਪਨਾ ਰਹਿੰਦੀ ਹੈ। ਉਹ ਕਲਪਨਾ ਦੇ ਵਿੱਚ ਅਸੀਂ ਧਰਮ ਕਰਮ ਕਰਦੇ ਹਾਂ, ਸਰੀਰ ਨੂੰ ਹੀ ਸਾਰਾ ਕੁਝ ਮੰਨਦੇ ਹਾਂ, ਸਰੀਰ ਦੀਆਂ ਲੋੜਾਂ ਨੂੰ ਉਹੀ ਅਸੀਂ ਆਪਦਾ ਜਿਹੜਾ ਜੀਵਨ ਬਣਾ ਲੈਂਦੇ ਹਾਂ। ਸਰੀਰ ਦੀਆਂ ਲੋੜਾਂ ਖਾਤਰ ਹੀ ਅਸੀਂ ਝੂਠ ਬੋਲਦੇ ਹਾਂ। ਜਿੰਨੇ ਵੀ ਅਸੀਂ ਕਰਮ ਧਰਮ ਕਰਦੇ ਹਾਂ, ਸਾਰੇ ਸਰੀਰ ਕਰਕੇ ਕਰਦੇ ਹਾਂ। ਇੱਥੇ ਸਤਿਗੁਰੂ ਸਮਝਾ ਰਹੇ ਨੇ, ਜਦੋਂ ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਆ, ਗੁਰਬਾਣੀ ਵਿੱਚ ਉਹਨੂੰ ਸੰਤ ਮੰਨਿਆ ਗਿਆ। ਕਲਯੁਗ ਤੋਂ ਭਾਵ ਕਲਪਨਾ, ਸਾਰਾ ਹੀ ਸੰਸਾਰ ਜਿਹੜਾ ਹੈ ਕਲਪਨਾ ਕਰ ਰਿਹਾ। ਸਾਰੇ ਅਸੀਂ ਕਲਪਨਾ ਕਰਦੇ ਹਾਂ। ਜਿਹੜੇ ਸਾਡੇ ਅੰਦਰ ਵਿਚਾਰ ਚੱਲ ਰਹੀ ਹੈ, ਬਾਣੀ ਉਹਨੂੰ ਕਲਪਨਾ ਕਹਿੰਦੀ ਹੈ। ਉਹੀ ਸਾਡਾ ਕਾਲ ਹੈ। ਕੁਝ ਇੱਛਾ ਵੱਧਦੀਆਂ ਰਹਿੰਦੀਆਂ ਨੇ, ਸਾਨੂੰ ਪਤਾ ਨਹੀਂ ਲੱਗਦਾ, ਸਾਡਾ ਜੀਵਨ ਐਂ ਹੀ ਨਿਕਲ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ, ਹਾਂ ਜਨ ਸਮਾਂ ਆ ਜਾਂਦਾ। ਐਸਾ ਕੋਈ ਗੁਰਸਿੱਖ ਸਹਿਜ ਟਿਕਾਅ ਵਾਲਾ, ਜਿਹੜਾ ਸੁਖਦਾਤੇ ਦੇ ਚਰਨਾਂ 'ਚ ਪਹੁੰਚਿਆ ਹੋਵੇ, ਉਹੀ ਇਹਨੂੰ ਸਮਝਾ ਸਕਦਾ ਭਾਈ। ਇਹ ਪੰਕਤੀ ਦੇ ਵਿੱਚ, ਇਹ ਸ਼ਬਦ ਦੇ ਵਿੱਚ ਬ੍ਰਹਮ ਗਿਆਨ ਹੈ। ਆਤਮਾ ਅਤੇ ਪ੍ਰਾਤਮਾ ਦਾ ਕਿਵੇਂ ਮੇਲ ਹੋਣਾ, ਇਹ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਹੈ, ਫਿਰ ਇਹ ਵਿਚਾਰਨੀ ਹੈ। ਅੰਤਰ ਅਲਖ ਨ ਜਾਈ ਲਖਿਆ, ਵਿੱਚ ਪੜਦਾ ਹੋਮੇ ਪਾਈ। ਪੜਦਾ ਕਾਹਦਾ ਭਾਈ? ਹੋਮੇ ਦਾ। ਹੋਮੇ ਕੀ ਹੈ? ਇੱਛਾ। ਜਿੱਡੇ ਸਾਡੇ ਸੰਸਾਰੀ ਧਰਮ ਕਰਮ ਨੇ, ਸਾਰੇ ਅਸੀਂ ਸਰੀਰ ਕਰਕੇ ਕਰਦੇ ਹਾਂ, ਅਸੀਂ ਲੋਭੀ ਹੁੰਦੇ ਹਾਂ। ਇੱਛਾ ਵੱਧਦੀਆਂ ਚਲੀ ਜਾਂਦੀਆਂ, ਹੋਮੇ ਵੱਧਦੀ ਚਲੀ ਜਾਂਦੀ, ਉਹੀ ਪੜਦਾ ਹੈ।
ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉਂ ਜਾਈ। ਸਤਿਗੁਰ ਸਮਝਾਉਂਦੇ ਕਿ ਸਾਰਾ ਸੰਸਾਰ ਹੀ ਮੋਹ ਦੇ ਜਾਲ 'ਚ ਫਸਿਆ ਹੋਇਆ, ਮੇਰ ਤੇਰ ਦੇ ਵਿੱਚ ਹੀ ਲੜਾਈ ਹੈ, ਵੱਡਾ ਵੰਡ ਦੀ ਲੜਾਈ ਹੈ। ਭਗਤ ਜੀ ਸਮਝਾਉਂਦੇ ਨੇ, ਮੇਰ ਤੇਰ ਜਬ ਇਹਨੇ ਚੁਕਾਈ, ਤਬ ਇਸ ਤੇ ਮਿਲਣੇ ਨਹੀਂ ਦੁਰਾਈ। ਮਿਲਣ ਨੂੰ, ਦਰਸ਼ਨ ਹੋਣ ਨੂੰ ਦੇਰ ਨਹੀਂ ਲੱਗਦਾ। ਭਗਤ ਜੀ ਕਹਿੰਦੇ ਇਹ ਮੇਰ ਤੇਰ ਛੱਡਣੀ ਬੜੀ ਔਖੀ ਹੈ। ਉਹੀ ਬਾਣੀ ਛਡਾਉਂਦੀ ਹੈ ਭਾਈ। ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉਂ ਜਾਏ। ਜੇ ਆਪਾਂ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਬਚਨ ਲਈਏ, ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਨ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਤੋਂ ਭਾਵ ਹੈ ਮੁਕਤੀ। ਬਾਣੀ ਸਾਨੂੰ ਮੁਕਤੀ ਦਿੰਦੀ ਹੈ ਭਾਈ। ਗੁਰ ਸ਼ਬਦ ਦਾ ਗਿਆਨ ਸਾਡਾ ਸੰਸਾਰ ਤੋਂ ਛੁਟਕਾਰਾ ਕਰਾਉਂਦਾ ਹੈ। ਪਰ ਸੰਸਾਰ ਤਾਂ ਸਾਡਾ ਸਾਰਾ ਹੀ ਮੋਹ ਦੇ ਵਿੱਚ ਸੁੱਤਾ ਪਿਆ ਵਾ। ਸਤਿਗੁਰ ਸਮਝਾਉਂਦੇ ਨੇ ਕਿਵੇਂ ਭਰਮ ਜਾਵੇ। ਜੇ ਆਪਾਂ ਆਸਾ ਦੀ ਵਾਰ ਦੇ ਪਹਿਲੀ ਪੌੜੀ ਲਈਏ ਸਤਿਗੁਰਾਂ ਦੀ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰ ਸਮਝਾਉਂਦੇ ਨੇ ਸਿੱਖ ਸੰਗਤ ਨੂੰ ਵੀ ਐਸੇ ਗੁਰ ਗਿਆਨ ਤੋਂ, ਸ਼ਬਦ ਦੇ ਤੋਂ ਬਲਿਹਾਰੀ ਜਾਣਾ ਚਾਹੀਦਾ, ਜਿਹਦੇ ਨਾਲ ਸਾਡਾ ਜੀਵਨ ਹੀ ਬਦਲ ਜਾਂਦਾ ਹੈ, ਮਨੁੱਖ ਤੋਂ ਦੇਵਤਾ ਬਣ ਜਾਂਦਾ ਹੈ, ਦੁੱਖ ਸਾਗਰ 'ਚੋਂ ਸੁੱਖ ਸਾਗਰ 'ਚ ਪ੍ਰਵੇਸ਼ ਕਰ ਜਾਂਦਾ ਹੈ। ਦੁੱਖ ਸਾਗਰ ਕਲਪਨਾ ਜੋ ਅਸੀਂ ਕਰਦੇ ਹਾਂ, ਉੱਠਦੇ ਸਾਰ ਸ਼ੁਰੂ ਹੋ ਜਾਂਦੀ ਹੈ, ਸੁਪਨੇ 'ਚ ਵੀ ਚੱਲਦੀ ਹੈ। ਜਦੋਂ ਕਲਪਨਾ ਖਤਮ ਹੋ ਜਾਂਦੀ ਹੈ, ਸੱਚ ਦੇ ਗਿਆਨ ਦਾ, ਇਹ ਸੁੱਖ ਸਾਗਰ ਪਹੁੰਚ ਜਾਂਦਾ ਹੈ। ਉਹਨੂੰ ਦੇਵਲੋਕ ਕਿਹਾ ਬਾਣੀ ਵਿੱਚ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੋ ਵੀ ਗੁਰਸਿੱਖ ਸੰਗਤ ਸ਼ਬਦ ਦੀ ਕਮਾਈ ਕਰੂਗੀ, ਸ਼ਬਦ ਦਾ ਗਿਆਨ ਲਊਗੀ, ਉਹਦੇ ਭਾਣੇ 'ਚ ਰਹੂਗੀ, ਉਹਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਬਾਣੀ ਸੱਚੀ ਹੈ, ਸਾਨੂੰ ਸਮਝਣ 'ਚ ਤਾਂ ਫਰਕ ਪੈ ਸਕਦਾ ਹੈ। ਉਹੀ ਸਤਿਗੁਰ ਸਮਝਾ ਰਹੇ ਨੇ। ਅਸੀਂ ਸੋਚ ਕਰਕੇ ਦੂਰ ਹੈ, ਕਰਨੀ ਆਪੋ ਆਪਣੀ। ਜਿਸ ਲੋਕ ਦੇ ਆਪਾਂ ਵਿਚਾਰ ਕਰੀਏ, ਪਵਨ ਗੁਰੂ ਪਾਣੀ ਪਿਤਾ, ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੋਚ ਕਰਕੇ ਦੂਰ ਹੋ ਗਏ ਅਸੀਂ। ਜਿਹੜੇ ਗੁਰ ਸਿੱਖ ਗੁਰੂ ਦੇ ਭਾਣੇ ਅਨੁਸਾਰ ਚੱਲਦੇ ਨੇ, ਉਹ ਨੇੜੇ ਹੋ ਜਾਂਦੇ ਨੇ। ਜਿਹੜੇ ਮਾਇਆ ਧਾਰੀ, ਮਾਇਆ ਨੂੰ ਨਹੀਂ ਛੱਡ ਦਿੰਦੇ, ਲੋਭ ਨੂੰ ਨਹੀਂ ਛੱਡਦੇ, ਉਹ ਦੂਰ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਜੰਮਣ ਮਰਨ ਜਾਣਾ ਪੈਂਦਾ। ਪਰ ਇਹੀ ਸ਼ਬਦ ਦੇ ਵਿੱਚ ਸਤਿਗੁਰ ਸਮਝਾ ਰਹੇ ਨੇ, ਏਕਾਂ ਸੰਗਤ ਅਕਿਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਉਹ ਤਾਂ ਕਹਿੰਦੇ ਇਕੱਠੇ ਹੀ ਰਹਿੰਦੇ ਨੇ ਭਾਈ। ਕਿਵੇਂ ਪਤਾ ਲੱਗੇ ਆਪਾਂ, ਕਿਵੇਂ ਸਮਝ ਆਵੇ? ਇਹ ਜਦੋਂ ਸਾਡੀ ਕਲਪਨਾ ਮਰ ਜਾਂਦੀ ਹੈ, ਸਾਡੀ ਇੱਛਾ ਮਰ ਜਾਂਦੀ ਹੈ, ਉਹਨੂੰ ਮਰਨਾ ਕਿਹਾ ਬਾਣੀ ਵਿੱਚ। ਐਸੀ ਮਰਨੀ ਜੋ ਮਰੇ, ਬਹੁਰ ਨਾ ਮਰਨਾ ਹੋ। ਜਦੋਂ ਮਨ ਇੱਛਾ ਛੱਡ ਦਿੰਦਾ ਹੈ, ਬੁੱਧੀ ਆਪਦੇ ਮੂਲ ਆਤਮਾ ਪ੍ਰਾਤਮਾ ਨਾਲ ਜੁੜ ਜਾਂਦੀ ਹੈ, ਉਹਨੂੰ ਦੇਵਲੋਕ ਕਿਹਾ ਬਾਣੀ 'ਚ। ਜਿਹਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਉਹਨੂੰ ਵਿੱਚ ਬਾਣੀ ਵਿੱਚ ਸੰਤ ਕਿਹਾ ਗਿਆ ਵਾ। ਉਹ ਕਿਹਦੇ ਸੰਤ ਨੇ? ਸੰਤ ਸਹਾਈ ਰਾਮ ਕੇ। ਉਹ ਸਹਾਈ ਹੁੰਦੇ ਨੇ ਆਤਮਾ ਨੂੰ ਪ੍ਰਾਤਮਾ ਦੇ ਮਿਲਾਪ ਖਾਤਰ। ਜੇ ਆਪਾਂ ਸਤਿਗੁਰਾਂ ਦੇ ਬਚਨ ਲਈਏ ਸੁਖਮਨੀ ਸਾਹਿਬ ਦੇ, ਜੀ ਜਾਨ ਦੇਨ ਭਗਤੀ ਲਾਇਨ, ਹਰਸਿਓਂ ਦੇ ਮਿਲਾਏ, ਪੂਰੀ ਬਾਹ ਲਾਉਂਦੇ ਆਪਦੀ। ਸਿੱਖ ਸੰਗਤ ਨੂੰ ਸਮਝਾਉਂਦੇ ਨੇ, ਜਿਵੇਂ ਉਹ ਆਪ ਪੌੜੀ ਚੜ੍ਹੇ ਨੇ, ਦੂਏ ਨੂੰ ਸਮਝਾਉਂਦੇ ਨੇ। ਇਹੀ ਸੇਵਾ ਭਾਈ ਸਭ ਤੋਂ ਵੱਡੀ। ਕਿਉਂ ਨਹੀਂ ਦਰਸ਼ਨ ਹੁੰਦਾ? ਸਤਿਗੁਰ ਸਮਝਾਉਂਦੇ ਨੇ ਅੱਗੇ, ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਗੋਚਰ ਠਾਈ। ਇੱਕ ਨਾਮ ਤੋਂ ਬਿਨਾਂ, ਸੱਚ ਦੇ ਗਿਆਨ ਤੋਂ ਬਿਨਾਂ, ਇਹ ਪੰਜੇ ਵਿਕਾਰ ਇਹਨੂੰ ਛੱਡਦੇ ਨਹੀਂ ਹੈਗੇ। ਲੋਭ ਮੋਹ ਇਹਨੂੰ ਛੱਡਦੇ ਨਹੀਂ ਭਾਈ। ਨਾਮ ਵੀ ਅੰਦਰ ਹੀ ਹੈ, ਪਰ ਅਸੀਂ ਬਾਹਰ ਲੱਭਦੇ। ਆਪਾਂ ਸਤਿਗੁਰਾਂ ਦੇ ਬਚਨ ਲਈਏ ਸੁਖਮਨੀ ਸਾਹਿਬ ਦੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ।
ਸੁਨ ਸਮਾਦ ਤੈ ਅਨਹਦ ਨਾਦ, ਕਹੀ ਨਾ ਜਾਈ ਅਚਰਜ ਬਿਸ਼ਮਾਦ। ਜਿਹੜੀ ਇਹ ਪ੍ਰਾਪਤੀ ਕਰ ਲੈਂਦੇ ਨੇ ਉਹਨਾਂ ਦੀ ਐਸੀ ਅਵਸਥਾ ਹੋ ਜਾਂਦੀ ਹੈ। ਬਿਸ਼ਮਾਦ ਅਵਸਥਾ ਦਾ ਮਤਲਬ ਹੁੰਦਾ ਹੈ, ਭਾਵ ਹੁੰਦਾ ਵਾ ਵੀ ਬਿਆਨ ਤੋਂ ਪਰੇ। ਜੇ ਆਪਾਂ ਸਤਿਗੁਰਾਂ ਦੇ ਬਚਨ ਲਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹ ਸਤਿਗੁਰਾਂ ਦੇ ਦਰਸਾਏ ਰਾਹ 'ਤੇ ਜਿਹੜੇ ਚੱਲਣਗੇ ਉਹਨਾਂ ਨੂੰ ਸੱਚ ਦਾ ਗਿਆਨ ਹੋਊਗਾ, ਉਹਦੇ ਨਾਲ ਹੀ ਇਹਦਾ ਦਰਸ਼ਨ ਹੋਣਾ। ਝੂਠ ਸਮਾਪਤ ਹੋ ਜਾਂਦਾ ਹੈ, ਸੱਚ ਦਾ ਦਰਸ਼ਨ ਹੋ ਜਾਂਦਾ। ਪਰ ਜਿਹੜੇ ਅਸੀਂ ਧਰਮ ਕਰਮ ਸਰੀਰ ਕਰਕੇ ਕਰਦੇ ਹਾਂ ਉਹ ਸਾਰੇ ਝੂਠ ਦੇ ਹੀ ਨੇ। ਝੂਠ ਦਾ ਸੰਗਲ ਹੋਰ ਵਧੀ ਜਾਂਦਾ, ਉਹ ਲੱਜ ਵੱਡੀ ਹੋਈ ਜਾਂਦੀ ਹੈ ਮੋਹ ਦੀ। ਏਕ ਬਸਤ ਬਿਨ ਪੰਚ ਦਹੇਲਿਓ ਬਸਤ ਗੋਚਰ ਠਾਈ। ਸਤਿਗੁਰੂ ਸਮਝਾਉਂਦੇ ਨੇ ਨਾਮ ਵੀ ਅੰਦਰ ਹੀ ਹੈ, ਹਰ ਵੀ ਅੰਦਰ ਹੀ ਹੈ, ਪਰ ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਉੱਥੇ ਕਿਵੇਂ ਪਹੁੰਚੀਏ। ਫਿਰ ਬਹੁਤ ਪ੍ਰਚਲਿਤ ਮੱਤਾਂ ਦੇ ਪਿੱਛੇ ਆਪਾਂ ਪੜ੍ਹਦੇ ਹੀ ਆਉਂਦੇ ਹਾਂ, ਵਿਚਾਰਦੇ ਆਉਂਦੇ ਹਾਂ। ਉਹ ਬੜੇ ਬੜੇ ਦਾਅਵੇ ਕਰਦੇ ਨੇ, ਸਰੀਰ ਕਰਕੇ ਨੇ ਸਾਰੇ ਉਪਾਅ ਪ੍ਰਾਪਤੀ ਦੇ। ਪਰ ਗੁਰਬਾਣੀ 'ਚ ਤਾਂ ਸਾਨੂੰ ਪਤਾ ਲੱਗਦਾ, ਕਹਿੰਦੇ ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਤੇ ਧਿਆਨ ਨੇ ਜਾਣਾ ਭਾਈ, ਜੇ ਧਿਆਨ ਕੇਂਦਰ ਨਾ ਹੋਇਆ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੋਣਾ ਭਾਈ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਜਿਸ ਕਾ ਗ੍ਰਹਿ ਤਿੰਦੀਆ ਤਾਲਾ, ਕੁੰਜੀ ਗੁਰ ਸੋ ਪਾਈ। ਜਦੋਂ ਆਪਾਂ ਸੁਖਮਨੀ ਸਾਹਿਬ ਦੇ ਬਚਨ ਲਈਏ ਸਤਿਗੁਰਾਂ ਦੇ, ਜਿੰਤੂ ਸਾਜ ਸਵਾਰ ਸੰਘਾਰਿਆ, ਗਰਭ ਅਗਨ ਮੇ ਜਿਨੇ ਉਵਾਰਿਆ। ਜਿਹਨੇ ਭਾਈ ਇਹ ਦੇਹੀ ਦਿੱਤੀ ਹੈ, ਇਹ ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ। ਬਾਣੀ ਸਾਨੂੰ ਸਿਰਜਣਹਾਰ ਦਾ ਗਿਆਨ ਕਰਾਉਂਦੀ ਹੈ ਭਾਈ। ਫਿਰ ਸਾਨੂੰ ਸਮਝ ਆਉਂਦੀ ਹੈ ਵੀ ਇਹ ਪੰਜਾਂ ਤੋਂ ਸਾਡਾ ਕਿਵੇਂ ਛੁਟਕਾਰਾ ਹੋਵੇ। ਜਿਸ ਕਾ ਗ੍ਰਹਿ ਤਿੰਦੀਆ ਤਾਲਾ, ਕੁੰਜੀ ਗੁਰ। ਕੁੰਜੀ ਗੁਰ ਤੋਂ ਭਾਵ ਹੈ ਇਹ ਗਿਆਨ ਹੈ, ਗਿਆਨ ਦੀ ਕੁੰਜੀ ਹੈ ਭਾਈ। ਇਹ ਗਿਆਨ ਨਾਲ ਖੁੱਲ੍ਹਣਾ ਤਾਲਾ, ਇਹ ਗਿਆਨ ਨਾਲ ਭਰਮ ਟੁੱਟਣਾ ਸਾਡਾ। ਗੁਰ ਸ਼ਬਦ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ। ਨਹੀਂ ਮਨ ਟਿਕੇ ਤੋਂ ਬਿਨਾਂ ਬੁੱਧੀ ਆਪਦੇ ਮੂਲ ਸਮਾ ਨਹੀਂ ਸਕਦੀ। ਪਹਿਲਾਂ ਸਾਡੀ ਬੁੱਧੀ ਮਨ ਨੂੰ ਖੁਸ਼ ਕਰਨ ਲੱਗੀ ਹੋਈ ਹੈ। ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ। ਜਿਹੜੇ ਮਨ ਪਿੱਛੇ ਚੱਲਦੇ ਨੇ, ਮਨ ਬੁੱਧੀ, ਫਿਰ ਜੰਮਣ ਮਰਨ ਤਿਆਰ ਹੈ ਭਾਈ। ਸਤਿਗੁਰਾਂ ਦੇ ਬਚਨ ਲਈਏ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ। ਗੁਰ ਕੇ ਭਾਣੇ ਜੋ ਚੱਲੇ ਭਾਈ, ਬੋਝ ਤੇ ਬੈਠਾ ਹੈ। ਉਹ ਆਪਦੇ ਘਰੇ ਪਹੁੰਚ ਜਾਂਦਾ ਭਾਈ ਨਾਮ ਦੇ ਜਹਾਜ਼ 'ਚ। ਕੁੰਜੀ ਗੁਰ ਸੋ ਪਾਈ, ਅਨ ਕੋ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਕੀ ਸ਼ਰਨ ਆਈ। ਜਦ ਤੱਕ ਸਤਿਗੁਰ ਦੀ ਸ਼ਰਨ ਨਹੀਂ ਜਾਂਦੇ, ਬਾਣੀ ਗੁਰਦੇਵ ਦਾ ਗਿਆਨ ਹੈ ਭਾਈ, ਗੁਰਦੇਵ ਦੀ ਸ਼ਰਨ ਨਹੀਂ ਜਾਂਦੇ, ਸੱਚ ਦਾ ਗਿਆਨ ਲੈ ਕੇ ਸਾਡੀ ਆਤਮਾ ਪ੍ਰਾਤਮਾ 'ਚ ਲੈ ਨਹੀਂ ਹੁੰਦੀ। ਜਿੰਨੇ ਮਰਜ਼ੀ ਅਸੀਂ ਉਪਾਅ ਕਰ ਲਈਏ, ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੋ ਸਕਦਾ। ਦੁੱਖਾਂ 'ਚ ਵਾਧਾ ਤਾਂ ਹੋ ਜੂ। ਆਪਾਂ 9ਵੇਂ ਪਾਤਸ਼ਾਹ ਦੇ ਸ਼ਲੋਕ ਲਈਏ, ਜਤਨ ਬਹੁਤ ਸੋਕੇ ਕੀਏ, ਦੁੱਖ ਕੋ ਕੀਏ ਨਾ ਕੋਈ। ਦੁੱਖਾਂ ਤੇ ਆਉਂਦੇ ਭਾਈ। ਅਸੀਂ ਤਾਂ ਜਿੰਨੇ ਵੀ ਯਤਨ ਉਪਾਅ ਕਰਦੇ ਹਾਂ, ਧਰਮ ਕਰਮ ਕਰਦੇ ਹਾਂ, ਸੁੱਖਾਂ ਦੀ ਕਰਦੇ, ਦੁੱਖ ਫੇਰ ਆ ਜਾਂਦੇ। ਸਤਿਗੁਰ ਸਰਨਾਈ, ਸੱਚ ਦੇ ਗਿਆਨ ਤੋਂ ਬਿਨਾਂ, ਸਤਿਗੁਰ ਦੀ ਸ਼ਰਨ ਜਾਏ ਤੋਂ ਬਿਨਾਂ ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੋ ਸਕਦਾ। ਕਾਲ ਨੇ ਸਾਨੂੰ ਨਹੀਂ ਛੱਡਣਾ। ਤੇ ਜਿਹੜੇ ਗੁਰਸਿੱਖ ਸੰਗਤ ਸ਼ਬਦ ਦੀ ਕਮਾਈ ਕਰਦੇ ਨੇ, ਅੱਗੇ ਸਤਿਗੁਰ ਸਮਝਾਉਂਦੇ ਨੇ, ਜਿਨਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ। ਜਿਨ੍ਹਾਂ ਦੇ ਬੰਧਨ ਕੱਟੇ ਜਾਂਦੇ ਨੇ, ਮਾਇਆ ਦੇ ਸੰਸਾਰੀ ਰਿਸ਼ਤੇ ਕੱਟੇ ਜਾਂਦੇ ਨੇ, ਸੱਚ ਦੇ ਗਿਆਨ ਨਾਲ ਆਤਮਿਕ ਰਿਸ਼ਤੇ ਬਣ ਜਾਂਦੇ ਨੇ, ਉਹਨਾਂ ਦਾ ਧਿਆਨ ਲੱਗਦਾ ਭਾਈ। ਗਿਆਨ ਹੀ ਧਿਆਨ ਹੈ, ਧਿਆਨ ਹੀ ਲਿਵ ਹੈ। ਪੰਜ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ। ਸਤਿਗੁਰੂ ਸਮਝਾਉਂਦੇ ਨੇ, ਇਹ ਸੰਤ ਜਨਾਂ ਦੀ ਬਾਣੀ ਹੈ ਭਾਈ। ਇਹ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਆਪਾਂ ਚੱਲਣਾ ਵਾ। ਸਤਿਗੁਰਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ, ਸਾਨੂੰ ਪ੍ਰਾਪਤੀ ਹੋਊਗੀ।
ਵੱਡਾ ਨਹੀਂ ਬਣਨਾ, ਇੱਥੇ ਛੋਟਾ ਬਣਨਾ ਹੈ। ਵੱਡਾ ਬਣਨਾ ਤਾਂ ਸੰਸਾਰ ਦੇ ਵਿੱਚ ਰਹਿਣਾ ਪਊਗਾ। ਤੈਨੂੰ ਤਾਂ ਮਨ ਜਾਂਦਾ ਨਹੀਂ ਉੱਧਰ ਨੂੰ, ਛੋਟਾ ਹੋਣਾ ਪੈਂਦਾ, ਇਹਨੂੰ ਨੀਵਾਂ ਹੋਣਾ ਪੈਂਦਾ, ਸ਼ਰਨ ਜਾਣਾ ਪੈਂਦਾ। ਸ਼ਰਨ ਤਾਂ ਭਾਈ ਫਿਰ ਨੀਵਾਂ ਹੋ ਕੇ ਜਾਈਦਾ, ਪਰ ਸੱਚ ਦੇ ਗਿਆਨ ਤੋਂ ਬਾਅਦ ਉਹਨੂੰ ਸਮਝ ਆ ਜਾਂਦੀ ਹੈ, ਫਿਰ ਇਹ ਨੀਵਾਂ ਹੋ ਜਾਂਦਾ। ਹੋਈ ਨਿਮਾਣਾ ਜਗ ਰਹੇ, ਦਰਗੇ ਮਾਣ ਨਿਮਾਣਾ ਪਾਵੇ। ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ। ਇਹ ਭਾਈ ਸੱਚ ਦਾ ਗਿਆਨ ਲੈ ਕੇ ਇਹ ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ, ਹਰ 'ਚ ਲੈ ਹੋ ਜਾਂਦੀ, ਇੱਕ ਹੋ ਜਾਂਦੇ ਨੇ, ਭੇਦ ਨਹੀਂ ਰਹਿੰਦਾ। ਮੇਰੇ ਰਾਮ ਰਾਏ ਇਨ ਬਿਧ ਮਿਲੇ ਗੁਸਾਈ। ਇਹ ਵਿਧੀ ਹੈ ਭਾਈ, ਸੱਚ ਦਾ ਗਿਆਨ, ਸੱਚ ਦਾ ਜਸ, ਉਹਦੇ ਭਾਣੇ 'ਚ ਰਹਿਣਾ। ਜੋ ਸਾਡਾ ਬਣਦਾ ਸੀ ਉਹਨੇ ਦੇਤਾ, ਜੋ ਅੱਗੇ ਲੋੜ ਆ ਉਹ ਵੀ ਦਊ, ਸਾਰਿਆਂ ਨੂੰ ਦਿੰਦਾ ਹੀ ਆਇਆ। ਕਦੇ ਜੀਵ ਰਾਜਾ ਸੀ, ਕਦੇ ਭਿਖਾਰੀ। ਇਹ ਤਾਂ 84 ਲੱਖ ਦੇ ਗੇੜ ਦੇ ਵਿੱਚ ਘੁੰਮਦਾ ਰਹਿੰਦਾ ਵਾ। ਹੁਣ ਇਹਦਾ ਛੁਟਕਾਰਾ ਹੋਣਾ ਭਾਈ। ਸਹਿਜ ਪਿਆ ਭਰਮ ਖਿੰਨਵੇਂ ਨਾਠਾ, ਮਿਲ ਜੋਤੀ ਜੋਤ ਸਮਾਈ। ਫਿਰ ਸਮਝਾਉਂਦੇ ਨੇ, ਸਹਿਜ ਹੁੰਦਾ ਹੈ ਮਨ ਬੁੱਧੀ ਦਾ ਟਿਕ ਜਾਣਾ। ਸਹਿਜ ਅਵਸਥਾ ਤਾਂ ਫਿਰ ਭਾਈ ਦੇਵ ਲੋਕ ਹੈ। ਸਾਡੀ ਕਲਪਨਾ ਖਤਮ ਹੋ ਜਾਂਦੀ ਹੈ, ਮਨ ਦੀਆਂ ਇੱਛਾ ਮਰ ਜਾਂਦੀਆਂ ਨੇ, ਇਹਨੂੰ ਹੀ ਮਰਨਾ ਕਹਿੰਦੇ ਨੇ। ਕਲਪਨਾ ਖਤਮ ਹੋ ਗਈ, ਫਿਰ ਸਹਿਜ ਚਲਿਆ ਗਿਆ। ਸਹਿਜ 'ਚ ਜਾ ਕੇ ਜਸ ਹੁੰਦਾ। ਜਦੋਂ ਇਹ ਸਹਿਜ ਟਿਕਾ ਜਾਂਦਾ ਤਾਂ ਭਰਮ ਖਿੰਨ ਦੇ ਵਿੱਚ ਚਲੇ ਜਾਂਦਾ। ਉਹੀ ਸਤਿਗੁਰੂ ਸਮਝਾ ਰਹੇ ਭਾਈ, ਸਹਿਜ ਪਿਆ ਭਰਮ ਖਿੰਨਵੇਂ ਨਾਠਾ, ਮਿਲ ਜੋਤੀ ਜੋਤ ਸਮਾਈ। ਜਿਵੇਂ ਸੂਰਜ 'ਚੋਂ ਕਿਰਨਾਂ ਨਿਕਲੀਆਂ ਸੀਗੀਆਂ, ਸੂਰਜ 'ਚ ਸਮਾ ਗਈਆਂ। ਜੋਤੀ ਜੋਤ ਮਿਲੀ, ਸੰਪੂਰਨ ਥੀਆ ਰਾਮ। ਇਹ ਆਤਮਾ ਪ੍ਰਾਤਮਾ ਇੱਕ ਹੋ ਕੇ ਪੂਰਨ ਹੋ ਜਾਂਦੇ ਨੇ। ਉਸ ਤੋਂ ਬਾਅਦ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਇਹ ਸੱਚ ਦਾ ਜਸ ਕਰਦੇ ਨੇ, ਫਿਰ ਇਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਕੀ ਹੈ? ਹੁਕਮ। ਇੱਕੋ ਨਾਮ ਹੁਕਮ ਹੈ। ਹੁਕਮ ਨਾਲ ਭਾਈ ਸ੍ਰਿਸ਼ਟੀ ਸਾਜੀ ਜਾਂਦੀ। ਹੁਕਮ ਇੱਕ ਸ਼ਕਤੀ ਦਾ ਨਾਮ ਹੈ। ਸਾਰੇ ਖੰਡ ਬ੍ਰਹਮੰਡ, ਧਰਤੀਆਂ, ਚੰਦ ਸੂਰਜ ਸਾਰੇ ਹੁਕਮ ਅਨੁਸਾਰ ਤੋਂ ਚੱਲ ਰਹੇ ਨੇ। ਉਹਦਾ ਤਾਂ ਦਰਸ਼ਨ ਕਰਨ ਆਇਆ ਸੀ। ਜੇ ਆਪਾਂ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਵਚਨ ਲਈਏ ਆਨੰਦ ਸਾਹਿਬ ਦੇ, ਜੀ ਜੰਤ ਸਭ ਤੁਧ ਪਾਏ। ਇੱਕ ਵੇਖ ਪਰਸ਼ਨ ਆਏ, ਪਰਸ਼ਨ ਕਰਨ ਆਏ ਸੀ ਭਾਈ, ਉਹਦੇ ਚਰਨ ਸਪਰਸ਼ ਕਰਨ ਆਏ ਸੀ। ਮਾਇਆ ਨੇ ਫਸਾ ਲਏ ਇੱਥੇ। ਮਾਇਆ ਸਰੀਰ ਕਰਕੇ ਹੈ ਭਾਈ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਆਪਦੇ ਘਰ ਪਹੁੰਚਣਾ। ਆਓ ਸਾਰੇ ਮਿਲ ਕੇ ਸਤਿਗੁਰਾਂ ਦੇ ਵਚਨ ਨੂੰ ਧਿਆਨ ਨਾਲ ਸੁਣੀਏ, ਫਿਰ ਵਿਚਾਰੀਏ, ਮਨ ਨੂੰ ਭਾਣੇ 'ਚ ਲਿਆਈਏ, ਸਾਨੂੰ ਵੀ ਇਹ ਪ੍ਰਾਪਤੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।